ਚਾਹੋਗੇ ਅੱਜ ਜਿਹੜਾ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ? मेरा नाम जी पवनजीत सिंह, मैं जी मार्केट कमेटी चेयरमैन दर्शन लाल लड्डू उर्फ ਚੱਕੀ ਵਾਲਾ ਦੇ ਖਿਲਾਫ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਤੇ ਮੈਂ ਇਹ ਕਰ ਰਿਹਾ ਕਿ ਜੋ ਇਹ ਸਮਾਜ ਸੇਵੀ ਹੋਣ ਦਾ ਢੋਂਗ ਕਰ ਰਿਹਾ ਮੰਡੀ ਦੇ ਵਿੱਚ ਜੀ ਮੈਂ ਗਰੀਬਾਂ ਨੂੰ ਸਬਜ਼ੀ ਫੜ ਲਈ ਆਹ ਫੜ ਲਈ ਆਹ ਫੜ ਲਈ ਉਹ ਕਰ ਰਿਹਾ ਵਾ ਸਾਨੂੰ ਵੱਡਾ ਤਾਂ ਸਰਕਾਰ ਵਿੱਚ ਬੈਠ ਕੇ ਇਹ ਦੀਮਕ ਦੀ ਤਰ੍ਹਾਂ ਸਰਕਾਰ ਨੂੰ ਖਾ ਰਿਹਾ ਜਿਸ ਦੇ ਮੈਂ ਬਹੁਤ ਵੱਡੇ ਖੁਲਾਸੇ ਕਰਨ ਲੱਗਾ ਵਾਂ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੈਂ ਬਹੁਤ ਖੁਲਾਸੇ ਕਰਾਂਗਾ ਜਿਸ ਤਰ੍ਹਾਂ ਮੈਨੂੰ ਸਬੂਤ ਹੈ ਕਿਉਂਕਿ ਜਦ ਮੈਂ ਗਹਿਰਾਈ ਵਿੱਚ ਗਿਆ ਤੇ ਮੈਨੂੰ ਕਈ ਸਬੂਤ ਸਾਹਮਣੇ ਆਏ ਜੀ। ਆਹ ਜੰਗਲਾਤ ਮਹਿਕਮੇ ਦੀ ਜ਼ਮੀਨ ਜਿੱਥੇ ਗਊਸ਼ਾਲਾ ਬਣਾਈ ਫਿਰਦਾ ਔਰ ਨਿਰਮਾਣ ਆ ਜਿਹੜਾ ਬਿਲਕੁਲ ਕਰਤਾ ਵੈਦ ਠੀਕ ਹੈ ਜੀ। ਉਹ ਕਈ ਇਹ ਸਾਰੇ ਪਾਸੋਂ ਇਹਦੇ ਖਿਲਾਫ ਕੇਸ ਸਿਵਲ 'ਚ ਵੀ ਇਹਦੇ ਖਿਲਾਫ ਹੋਇਆ ਵਾ, ਹਾਈ ਕੋਰਟ 'ਚ ਹੋਇਆ, ਹਜੇ ਤੱਕ ਵੀ ਉਹ ਗਊਸ਼ਾਲਾ ਹਜੇ ਤੱਕ ਖਾਲੀ ਨਹੀਂ ਜਦ ਕਿ ਇਹਨੂੰ ਆਰਡਰ ਹੋ ਚੁੱਕਾ ਹੈ ਉਸ ਦਾ ਠੀਕ ਹੈ ਜੀ। ਉਹ ਸਰਕਾਰੀ ਜ਼ਮੀਨ ਆ, ਉਹ ਇਹਨਾਂ ਨੇ ਗਲਤ ਪੇਪਰ ਤਿਆਰ ਕਰਕੇ ਹਮ ਮਸ਼ਵਰਾ ਹੋ ਕੇ ਇਹਦੀ ਵਾਈਫ ਮੰਜੂ ਵਾਲਾ ਤੇ ਜੋ ਐਗਰੀਮੈਂਟ ਤਿਆਰ ਹੋਇਆ ਹੈ ਉਸ ਦੇ ਹੱਕ ਹੀ ਵੇਚ ਦਿੱਤੇ ਹਨ ਕਿ ਜਦ ਕਿ ਜੰਗਲਾਤ ਮਹਿਕਮਾ ਦੇ ਹੱਕ ਤੁਸੀਂ ਕਿੱਦਾਂ ਵੇਚ ਸਕਦੇ ਹੋ ਜਦ ਕਿ ਉਹ ਸਰਕਾਰੀ ਜ਼ਮੀਨ ਹੈਗੀ ਹੈ ਠੀਕ ਹੈ ਜੀ। ਦੂਜਾ ਖਾਸ ਹੈ ਇਹ ਹੈ ਜੀ ਕਿ ਇਹਨਾਂ ਦਾ ਜਿਹੜਾ ਦਲਾਲ ਆ ਪਰਵਿੰਦਰ ਸਿੰਘ ਪਾਲੀ ਚਿੱਟੀ ਕੋਠੀ ਪਰਵਿੰਦਰ ਸਿੰਘ ਪਾਲੀ ਆ, ਦੋ ਮਾਮਲੇ ਉਹ 'ਤੇ ਦਰਜ ਹੋਏ ਸੀ। ਇੱਕ ਦਰਜ ਹੋਇਆ ਸੀਗਾ ਫਲੋਰ ਦੇ ਵਿੱਚ 420 ਦਾ, ਦੂਸਰਾ ਮਾਮਲਾ ਉਹਦੇ ਵਿੱਚ ਏਸੀ ਠੱਗਣ ਦਾ ਤੇ 50,000 ਦੀ ਚੋਰੀ ਦਾ ਥਾਣਾ ਬਸਤੀ ਜੋਧੇਵਾਲ ਦੇ ਵਿੱਚ ਦਰਜ ਹੈ ਕਿ ਜੋ ਕੋਰਟ ਵਿੱਚ ਚੱਲ ਰਿਹਾ FRI ਦਰਜ ਹੈ। ਇੱਕ ਦਰਸ਼ਨ ਲਾਲ ਲੱਡੂ ਚੇਅਰਮੈਨ ਮਾਰਕੀਟ ਕਮੇਟੀ ਲੱਡੂ ਚੱਕੀ ਵਾਲੇ ਤੇ ਹੋਇਆ ਸੀਗਾ 16 ਦੇ ਵਿੱਚ ਸਲੇਮ ਟਾਵਰੀ ਥਾਣਾ ਦੇ ਵਿੱਚ ਹੋਇਆ ਸੀ FRI ਦਰਜ। ਇਹਨੇ ਤਾਲੇ ਤੋੜੇ ਸੀਗੇ ਦੁਕਾਨਾਂ ਦੇ ਕਿਸੇ ਨਾਲ ਮਿਲ ਕੇ, ਤਾਲਿਆਂ ਦੀ FRI ਦਰਜ ਆ ਉਹਦੇ ਉੱਤੇ ਤੇ ਇਹਦੀ ਗ੍ਰਿਫਤਾਰੀ ਵੀ ਪਈ ਸੀਗੀ। ਤੇ ਮੈਂ ਸਰਕਾਰ ਅੱਗੇ ਤੇ ਹੋਰ ਸਾਡੇ ਇੱਕ ਮੁਕੱਦਮਾ 420 67 68 120 ਵੀ ਜੋ ਕਿ ਕੋਰਟ ਵਿੱਚ ਪੈਂਡਿੰਗ ਹੈ ਤੇ ਇੱਕ ਮੁਕੱਦਮਾ ਉਹ ਇਹ ਦਰਸ਼ਨ ਲਾਲ ਲੱਡੂ ਔਰ ਲੱਡੂ ਚੱਕੀ ਵਾਲਾ ਮੰਜੂ ਵਾਲਾ ਇਹਦੀ ਵਾਈਫ ਇਹਦਾ ਬੇਟਾ ਅਰੁਣ ਕੁਮਾਰ ਤੇ ਪਰਵਿੰਦਰ ਸਿੰਘ ਪਾਲੀ ਤੇ ਹੈ ਤੇ ਇੱਕ ਮੁਕੱਦਮਾ ਇਹਨਾਂ ਦੇ ਪੈਂਡਿੰਗ ਚੱਲ ਰਿਹਾ ਇਸ ਦੀ ਵਾਈਫ ਤੇ ਮੰਜੂ ਵਾਲਾ ਤੇ 420 120 134 ਤੇ ਬਾਕੀ ਇਸ ਦੇ ਮੈਂ ਖਾਸਾ ਇਹ ਕਰ ਰਿਹਾ ਵਾਂ ਕਿ ਇਸ ਨੇ ਅਵੈਧ ਪ੍ਰਾਪਰਟੀਆਂ ਬਣਾਈਆਂ ਹੋਈਆਂ ਹਨ ਜੋ ਕਿ ਚਾਂਦ ਸਿਨੇਮਾ ਵਿੱਚ ਵੀ ਤੁਸੀਂ ਦੇਖਿਆ ਜਿਹੜੀ ਇਹਨੇ ਬਿਲਡਿੰਗ ਬਣਾਈ ਹੈ ਉਹ ਸੀਲ ਹੋ ਚੁੱਕੀ ਹੈ ਠੀਕ ਹੈ ਜੀ। ਤੇ ਇਸ ਜਿਹੜਾ ਬਾਕੀ ਇਸ ਨੇ ਬੇਨਾਮੀਆਂ ਪ੍ਰਾਪਰਟੀਆਂ ਆਪਣੇ ਨੌਕਰਾਂ ਦੇ ਨਾਮ ਤੇ ਰਿਸ਼ਤੇਦਾਰਾਂ ਦੇ ਨਾਮ ਕਰਵਾਈਆਂ ਜੋ ਕਿ ਜਿਸ ਦਾ ਨਾਂ ਤਾਂ ਕੋਈ CLU ਜਮ੍ਹਾਂ ਹੋਇਆ ਵਾ, ਇਹ ਸਰਕਾਰ ਦੀ ਟੈਕਸ ਚੋਰੀ ਸਟੈਂਪ ਡਿਊਟੀ ਸਭ ਕੁਝ ਚੋਰੀ ਕਰਦਾ ਹੈ ਠੀਕ ਹੈ ਜਿਸ ਦੇ ਮੇਰੇ ਕੋਲ ਸਾਰੇ ਸਬੂਤ ਪਏ ਹਨ। ਤੇ ਮੈਂ ਸਾਰੇ ਅਫਸਰਾਂ ਨੂੰ ਮੈਂ ਮਾਨਯੋਗ CM ਸਾਹਿਬ, ਮਾਨਯੋਗ DGP ਸਾਹਿਬ, ਮਾਨਯੋਗ ਚੀਫ ਸੈਕਟਰੀ ਜੀ, ਮਾਨਯੋਗ ਪੁਲਿਸ ਕਮਿਸ਼ਨਰ ਜੀ, ਮਾਨਯੋਗ DC ਸਾਹਿਬ ਜੀ, ਉਹਨਾਂ ਨੂੰ ਮੈਂ ਈਮੇਲ ਆਪਣੀਆਂ ਦਰਖਾਸਤਾਂ ਮੇਰੇ ਵੱਲੋਂ ਇਹ ਜੰਗਲਾਤ ਮਹਿਕਮੇ ਦੀ ਜ਼ਮੀਨ ਦੀਆਂ ਮੇਰੀਆਂ ਦਰਖਾਸਤਾਂ ਜੋ ਵੀ ਦਰਖਾਸਤਾਂ ਨੇ ਉਹ ਮੈਂ ਸਾਰੀਆਂ ਉਹਨਾਂ ਨੂੰ ਈਮੇਲ ਕਰ ਚੁੱਕਾ ਦਾ ਕਿ ਤਾਂ ਕਿ ਪ੍ਰਸ਼ਾਸਨ ਵੱਲੋਂ ਇਹ 'ਤੇ ਕਾਰਵਾਈ ਹੋਵੇ ਕਿਉਂਕਿ ਜਦੋਂ ਕੋਈ ਗਰੀਬ ਬੰਦਾ ਗਲਤ ਕੰਮ ਕਰਦਾ ਹੈ ਸਰਕਾਰੀ ਜ਼ਮੀਨ ਜਾਂ ਕਿਸੇ ਚੀਜ਼ ਨੂੰ ਟੱਚ ਕਰਦਾ ਹੈ ਤੇ ਬਹੁਤ ਛੇਤੀ ਉਹਨੂੰ ਗ੍ਰਿਫਤਾਰ ਕਰਕੇ ਤੇ ਉੱਤੇ ਕਾਰਵਾਈ ਛੇਤੀ ਹੋ ਜਾਂਦੀ ਹੁੰਦੀ ਆ। ਇੰਨੇ ਸਾਲ ਹੋ ਗਏ ਜੰਗਲਾਤ ਮਹਿਕਮੇ ਦੀ ਜ਼ਮੀਨ ਔਰ ਐਡੇ ਵੱਡੇ ਕੰਮ ਕਰ ਰਿਹਾ ਵਾ ਜੋ ਕਿ ਇਲੀਗਲ ਹੈ ਤੇ ਇਸ ਦੇ ਉੱਪਰ ਕੋਈ ਕਾਰਵਾਈ ਨਹੀਂ। ਕਿੰਨਾ ਵੱਡਾ ਘਪਲਾ ਸਮਝਦੇ ਹੋ ਤੁਸੀਂ ਇਹਦੇ ਵਿੱਚ? ਇਹ ਮੇਰਾ ਖਿਆਲ ਜੰਗਲਾਤ ਮਹਿਕਮੇ ਦੀ ਜ਼ਮੀਨ ਰੋਡ ਦੇ ਉੱਪਰ ਆ। ਦੇਖੋ ਜੀ ਅਸੀਂ ਵੀ ਇਸ ਸ਼ਹਿਰ ਦੇ ਰਹਿਣ ਵਾਲੇ ਹਾਂ ਤੇ ਸਾਨੂੰ ਮਤਲਬ ਪ੍ਰਾਪਰਟੀ ਬਾਰੇ ਨੌਲੇਜ ਹੈਗੀ ਆ ਕਿਉਂਕਿ ਤਕਰੀਬਨ ਇਹ 25 ਤੋਂ 30 ਕਰੋੜ ਦੀ ਪ੍ਰਾਪਰਟੀ ਹੋਏਗੀ ਜਿਸ ਦਾ ਇਹ ਘਪਲਾ ਹੈ। ਤੇ ਕੀ ਮੰਗ ਕਰਦੇ ਹੋ ਸਰਕਾਰ ਤੋਂ, ਪ੍ਰਸ਼ਾਸਨ ਤੋਂ? ਮੈਂ ਸਰਕਾਰ ਤੋਂ ਮੰਗ ਤਾਂ ਇੱਕ ਕਰਦਾ ਕਿ ਇੱਕ ਤਾਂ ਇੱਥੇ ਜਲਦੀ ਤੋਂ ਜਲਦੀ ਕਾਰਵਾਈ ਹੋਵੇ ਇਹਨਾਂ ਸਾਰਿਆਂ ਤੇ ਜਿੰਨੇ ਸਰਕਾਰ ਤੋਂ ਇਹ ਮੰਗ ਕਰਦਾ। ਦੂਜੀ ਕਿ ਇਹਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਇਆ ਜਿੱਥੇ ਆਪਣਾ ਨਜਾਇਜ਼ ਫਾਇਦਾ ਉਠਾ ਰਿਹਾ ਵਾ ਤੇ ਇਹਨੂੰ ਉਸ ਤੋਂ ਉਤਾਰ ਕੇ ਇੱਥੇ ਕਾਰਵਾਈ ਕੀਤੀ ਜਾਵੇ ਇਹ ਸਾਡੀ ਮੰਗ ਹੈ ਜੀ। ਤੇ ਇਸ ਨੇ ਬੇਨਾਮੀਆਂ ਪ੍ਰਾਪਰਟੀਆਂ ਆਪਣੇ ਨੌਕਰ ਤੇ ਰਿਸ਼ਤੇਦਾਰਾਂ ਦੇ ਨਾਮ ਵੀ ਕਰਵਾਈਆਂ ਹੋਈਆਂ ਹਨ ਜਿਸ ਦੇ ਮੇਰੇ ਕੋਲ ਸਬੂਤ ਆ। ਔਰ ਇਸ ਦਾ ਇੱਕ ਹੋਰ ਚੀਜ਼ ਮੇਰੇ ਸਾਹਮਣੇ ਆਈ ਹੈ ਦੇਖਣ ਨੂੰ ਜਦੋਂ ਮੈਂ ਪੇਪਰ ਪੜ੍ਹਿਆ ਕਿਉਂਕਿ ਪੇਪਰ ਹੀ ਬਹੁਤ ਆ ਤੇ ਮੈਂ ਹੁਣ ਤੁਹਾਨੂੰ ਪੂਰੇ ਪੜ੍ਹ ਕੇ ਦੱਸ ਨਹੀਂ ਸਕਦਾ। ਜਿਵੇਂ ਕਿ ਹੁਣ ਆਪਾਂ ਕੋਈ ਵੀ ਬੰਦਾ ਲਾ ਲਓ, ਮੈਂ ਹੀ ਲਾ ਲਓ, ਮੈਂ ਆਪਣੇ ਘਰ ਦਾ ਐਡਰੈਸ ਦੇਣਾ ਵਾ ਜੀ, ਮੇਰਾ ਨਾਮ ਵਾ ਫਲਾਨਾ, ਮੇਰੇ ਘਰ ਦਾ ਨੰਬਰ ਆ, ਫਲਾਨੀ ਗਲੀ ਨੰਬਰ ਆ, ਫਲਾਨਾ ਮਹੱਲਾ ਵਾ, ਫਲਾਨਾ ਸ਼ਹਿਰ ਆ। ਇਸ ਦੇ ਬੰਦਿਆਂ ਦੇ ਵਿੱਚ ਐਡਰੈਸ ਪਤਾ ਕੀ ਹੁੰਦਾ ਜੀ? ਇਹਨਾਂ ਬੰਦਿਆਂ ਦੇ ਵਿੱਚ ਐਡਰੈਸ ਹੁੰਦਾ ਵਾ ਫਲਾਨਾ ਕੁਮਾਰ ਭਦੌੜ ਹਾਊਸ ਘੰਟਾ ਘਰ। ਹੁਣ ਮੈਨੂੰ ਦੱਸੋ ਕਿ ਆਹ ਕਿਹੜੇ ਐਡਰੈਸ ਹੋਵੇ? ਜਿਹੜਾ ਬੰਦਾ ਸ਼ਰੀਫ ਸਮਾਜ ਸੇਵੀ ਜਾਂ ਪ੍ਰੋਪਰ ਆਪਣੇ ਨੰਬਰ ਦੇ ਕੇ ਪ੍ਰੋਪਰ ਟੈਲੀਫੋਨ ਨੰਬਰ ਦੇ ਕੇ ਪ੍ਰੋਪਰ ਸਾਰੇ ਪੇਪਰਾਂ ਦੇ ਵਿੱਚ ਇਹ ਜਿਹੇ ਇੱਕ ਪੇਪਰ ਨਹੀਂ ਹਜ਼ਾਰਾਂ ਪੇਪਰ ਕਈ ਪੇਪਰ ਇਹਨਾਂ ਦੇ ਵਿੱਚ। ਹੁਣ ਮੈਂ ਆਉਣ ਵਾਲੇ ਟਾਈਮ ਵਿੱਚ ਵੀ ਵੱਡੇ ਖੁਲਾਸੇ ਇਸ ਦੇ ਖਿਲਾਫ ਕਰਾਂਗਾ ਜੋ ਇਹ ਢੋਂਗ ਕਰ ਰਿਹਾ ਨਾ ਸਮਾਜ ਸੇਵੀ ਹੋਣ ਦਾ। ਮੈਂ ਦੋਸ਼ਾ ਕਿਉਂਕਿ ਇਹ ਇੱਕ ਠੱਗੀਆਂ ਮਾਰਦਾ, ਬਹੁਤ ਪ੍ਰਾਪਰਟੀ ਦੀਆਂ ਠੱਗੀਆਂ ਮਾਰਦਾ। ਔਰ ਮੈਂ ਇੰਨੀ ਗੱਲ ਕਹਾਂ ਕਿ ਮੈਂ ਇਹਨੂੰ ਬਚਪਨ ਸਾਡਾ ਇੱਥੋਂ ਹੀ ਗੁਜ਼ਰਿਆ ਜਿੱਥੇ ਇਹਦੀ ਲੱਡੂ ਦੀ ਚੱਕੀ ਹੁੰਦੀ ਸੀਗੀ ਇਹਦੀ ਆਪਣੀ
ਸਾਡਾ ਬਚਪਨ ਵੀ, ਸਾਡੀ ਕੋਠੀ ਵੀ ਇੱਧਰ ਹੀ ਆ, ਉਹ ਸਾਡੀ ਜ਼ਮੀਨ ਜ਼ਿਆਦਾ ਸਾਰੀ ਉੱਧਰ ਸੀਗੀ ਤੇ ਸਾਡਾ ਬਚਪਨ ਉੱਥੇ ਹੀ ਗੁਜ਼ਰਿਆ ਵਾ। ਔਰ ਮੈਂ ਇਹਨੂੰ ਕੱਲੇ ਨੂੰ ਜਾਣਦਾ ਕਿ ਇੱਕ ਚੱਕੀ ਵਾਲਾ ਇੰਨੇ ਕਰੋੜਾਂ ਦੀ ਜਾਇਦਾਦ 15 ਸਾਲਾਂ 16 ਸਾਲਾਂ ਦੇ ਵਿੱਚ ਕਿੱਦਾਂ ਇੱਥੇ ਤੱਕ ਆਇਆ। ਔਰ ਮੈਂ ਇਹ ਦੇਖੋ, ਇਹ ਲੱਡੂ ਜਿਹਦੇ ਨਾਲ ਵੀ ਇਹਨਾਂ ਜ਼ਮੀਨ ਦਾ ਸੌਦਾ ਕੀਤਾ ਵਾ, ਜਿਹਦੇ ਨਾਲ ਵੀ ਹਰੇਕ ਨਾਲ ਹੀ ਕੇਸ ਚੱਲ ਰਿਹਾ, ਕਿਉਂਕਿ ਇਹ ਲੋਕਾਂ ਨੂੰ ਸਿਵਲ ਕੇਸਾਂ ਵਿੱਚ ਉਲਝਾ ਲੈਂਦਾ ਕਿ ਕੇਸ ਲੰਬੇ ਜਾਣ, ਲੋਕੀ ਵਿੱਚ ਹੀ ਟੁੱਟ ਜਾਣ ਤੇ ਮੇਰੇ ਤੇਰਾ ਘਾਟੇ 'ਚ ਹੀ ਫੈਸਲਾ ਕਰ ਲੈਣ ਕਿ ਮੈਨੂੰ ਫਾਇਦਾ ਹੋ ਜਾਵੇ। ਠੀਕ ਹੈ ਜੀ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਕਿ ਇਹੋ ਜਿਹੇ ਲੋਕਾਂ ਦੇ ਜਿਹੜੇ ਸਰਕਾਰ ਨੂੰ ਨੁਕਸਾਨ ਪਹੁੰਚਾਉਂਦੇ ਆ, ਆਹ ਚੀਜ਼ਾਂ ਦੀ ਟੈਕਸ ਚੋਰੀ ਦੀ, ਜ਼ਮੀਨਾਂ ਦੀ ਚੋਰੀ, ਜੋ ਵੀ ਆ ਸਰਕਾਰ ਦੀ ਚੀਜ਼ ਆ ਜਿਹੜੀ ਆ, ਜਿਹਨੂੰ ਅਸੀਂ ਨਹੀਂ ਕਰ ਸਕਦੇ, ਕਿਉਂਕਿ ਇਹ ਜੋ ਕੁਝ ਵੀ ਹੈ ਟੈਕਸ ਦੀ ਚੋਰੀ ਆ, ਸਭ ਕੁਛ ਆ ਲੋਕਾਂ ਲਈ। ਤਾਂ ਜੋ ਸਰਕਾਰ ਤੋਂ ਇਹੀ ਮੰਗ ਕਰਦਾ ਵਾਂ ਕਿ ਇਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਜਲਦ ਤੋਂ ਜਲਦ ਤੇ ਇਹਨੂੰ ਚੇਅਰਮੈਨੀ ਤੋਂ ਹਟਾਇਆ ਜਾਵੇ, ਤਾਂ ਕਿ ਮੈਂ ਸਮਝਦਾ ਵਾਂ ਕਿ ਇਹਨੇ ਮੰਡੀ ਵਿੱਚ ਵੀ ਕੋਈ ਨਾ ਕੋਈ ਇਸ ਤਰ੍ਹਾਂ ਦੇ, ਜਿਸ ਤਰ੍ਹਾਂ ਵੀ ਇਹ ਬੰਦਾ ਹੁਣ ਤੱਕ ਘਪਲੇ ਕਰਦਾ ਆਇਆ ਵਾ, ਅੱਗੇ ਵੀ ਕਰ ਸਕਦਾ। ਹੁਣ ਤੱਕ ਮੈਂ ਇਹਦੇ ਜੋ ਵੀ ਸਬੂਤ ਲੈ ਕੇ ਤੁਹਾਡੇ ਸਾਹਮਣੇ ਅੱਗੇ ਦੀ ਅੱਗੇ ਵੱਡੇ ਦੀ ਵੱਡੇ ਖੁਲਾਸੇ ਕਰਦਾ ਰਹਾਂਗਾ ਜਿਸ ਤਰ੍ਹਾਂ। ਥੈਂਕ ਯੂ ਜੀ। ਤੁਸੀਂ ਮੈਨੂੰ ਇਹਨਾਂ ਤੋਂ ਮਤਲਬ ਮੈਂ ਇਹਨਾਂ ਦੇ ਇੰਨੇ ਖੁਲਾਸੇ ਕਰ ਰਿਹਾ ਤੇ ਅੱਗੇ ਵਾਸਤੇ ਵੀ ਖੁਲਾਸੇ ਕਰਾਂਗਾ ਇਸ ਤਰ੍ਹਾਂ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ, ਹੁਣ ਮੇਰੇ ਤੇ ਪਰਿਵਾਰ ਨੂੰ ਮੈਨੂੰ ਜਾਨ ਦਾ ਖਤਰਾ ਹੈ ਇਹਨਾਂ ਲੋਕਾਂ ਤੋਂ। ਦਰਸ਼ਨ ਨਾਲ ਲੱਡੂ ਉਰਫ ਲੱਡੂ ਚੱਕੀ ਵਾਲਾ, ਇਹ ਅਰੁਣ ਕੁਮਾਰ ਮੰਜੂਵਾਲਾ ਤੇ ਪਰਵਿੰਦਰ ਸਿੰਘ ਪਾਲੀ। ਠੀਕ ਹੈ ਜੀ। ਜੇ ਮੈਨੂੰ ਭਵਿੱਖ ਵਿੱਚ ਮੇਰੇ ਤੇ ਮੇਰੇ ਪਰਿਵਾਰ ਨੂੰ ਕੋਈ ਵੀ ਨੁਕਸਾਨ ਹੁੰਦਾ ਵਾ, ਉਸ ਦੇ ਜ਼ਿੰਮੇਵਾਰ ਇਹ ਹੋਣਗੇ। ਥੈਂਕ ਯੂ। ਮੇਰਾ ਨਿੱਜੀ ਦੁਸ਼ਮਣ ਆ, ਮੇਰਾ ਨਿੱਜੀ ਦੁਸ਼ਮਣ ਹੈ ਜਿਹੜਾ ਕਿ ਪਿਕਚਰ ਦੇ ਵਿੱਚ ਛੱਟੇ ਮਾਰੀ ਜਾਂਦਾ, ਕੋਈ ਉਹਦੀ ਗੱਲ ਦਾ ਮੁੱਲ ਨਹੀਂ, ਕੋਈ ਗੱਲ ਦਾ ਉਹਦਾ ਮਤਲਬ ਨਹੀਂ, ਕੋਈ ਉਹਦੀ ਗੱਲ ਦਾ। ਹੋਰ ਵੀ ਤਾਂ ਇੰਨੀ ਦੁਨੀਆ ਬੋਲੀ ਬੈਠੀ ਆ, ਇੱਕ ਇਹੀ ਪਵਨਜੀਤ ਹੀ ਮੇਰੇ ਖੁਲਾਸੇ ਕਰੂਗਾ ਜਾਂ ਕੁਛ ਕਰੂਗਾ, ਜਾਂ ਕਿ ਮੈਂ 30 ਸਾਲ ਤੋਂ ਕੰਮ ਕਰ ਰਿਹਾ ਇਸੇ ਲਾਈਨ ਦੇ ਵਿੱਚ ਹਾਂ। ਅੱਗੇ ਕਿਸੇ ਨੂੰ ਅੱਜ ਤੱਕ 30 ਸਾਲਾਂ ਦੇ ਵਿੱਚ ਕੋਈ ਕਹਿ ਦੇਵੇ ਉਂਗਲ ਚੱਕ ਕੇ ਵੀ ਲੱਡੂ ਨੇ ਆਹ ਕੰਮ ਗਲਤ ਕੀਤਾ ਜਾਂ ਕਬਜ਼ਾ ਕੀਤਾ ਜਾਂ ਆਹ ਕੀਤਾ। ਗੱਲ ਕਰ ਰਿਹਾ ਉਹ ਗਾਂਧੀ ਨਗਰ ਬਿਲਡਿੰਗ ਮਾਲਕੀ ਜਗ੍ਹਾ ਹੈ, ਕਾਰਪੋਰੇਸ਼ਨ ਜੇ ਕੋਈ ਨੀਹਾਂ ਭਰਦਾ ਉੱਥੇ ਵੀ ਆ ਜਾਂਦੀ ਹੈ। ਕਾਰਪੋਰੇਸ਼ਨ ਆ ਗਈ ਤੇ ਕੀ ਹੋ ਗਿਆ ਉਹਦੇ ਨਾਲ? ਕੋਈ ਇਹ ਤਾਂ ਨਹੀਂ ਹੋ ਗਿਆ ਪਲਾਟ ਹੀ ਜਾਲੀ ਹੋ ਗਿਆ। ਨੰਬਰ 2, ਮੇਰਾ ਗਊਸ਼ਾਲਾ ਦੀ ਜਿਹੜੀ ਗੱਲ ਕਰ ਰਿਹਾ 30 ਕਰੋੜ ਦੀ 25 ਕਰੋੜ ਦੀ, ਮੇਰਾ ਉਹਦੇ ਨਾਲ ਕੀ ਭਾਅ? ਕੱਟੇ ਨੂੰ ਮਣ ਦੁੱਧ ਦਾ ਕੀ ਭਾਅ? ਟਰਸਟ ਦੀ ਜਗ੍ਹਾ ਆ, ਟਰਸਟ ਨੂੰ ਇੱਕ ਬੰਦੇ ਨੇ ਦਿੱਤੀ ਜ਼ਮੀਨ ਜਤਿੰਦਰ ਸਿੰਘ ਨਾਂ ਦੇ ਨਾਲ, ਉਹਦੇ ਕੋਲ 20 ਸਾਲ ਤੋਂ ਪਹਿਲਾਂ ਬੋਂਦਾ ਸੀ, ਉਹ ਗਰਦਾਵਰੀ ਸੀ, ਬੋਂਦਾ ਸੀ ਪੱਕਾ। ਜਿਵੇਂ ਮੇਰੇ ਖਿਆਲ ਕਿ ਫਲੋਰ ਦੇ ਪੱਲੇ ਪਾਸੇ ਚਲੇ ਜਾਓ, ਘੱਟ ਤੋਂ ਘੱਟ 50 ਲੱਖ ਕਿੱਲਾ ਜ਼ਮੀਨ ਇੱਦਾਂ ਦੀ ਹੈ ਜਿਹੜੀ ਕਿ ਮਤਲਬ ਉਹ ਬੋਂਦੇ ਆ, ਗਰਦਾਵਰੀ 'ਤੇ ਹੁੰਦੀ ਹੈ, ਜਿਹੜੀ ਕਿ ਉਹ ਜ਼ਮੀਨ ਹਰ ਸਾਲ ਸਰਕਾਰ ਇੱਕ ਨੋਟੀਫਿਕੇਸ਼ਨ ਕੱਢਦੀ ਹੈ 5 ਸਾਲ ਬਾਅਦ 6 ਵਾਰ ਚਿੱਠੀ ਕੱਢਦੀ ਹੈ ਕਿ ਜਿਹੜੇ ਕਬਜ਼ਾਧਾਰੀ ਕਿਸਾਨ ਹੈ ਜਿਨ੍ਹਾਂ ਨੇ ਕੋਲ ਜ਼ਮੀਨ ਹੈ ਉਹ ਗਰਦਾਵਰੀ ਦੀ, ਉਹ ਆਪਣੇ ਇੰਨੇ ਪੈਸੇ ਦੇਣ, ਕਲੈਕਟਰ ਰੇਟ ਦੇਣ ਤੇ ਆਪਣੀ ਲਾਟ ਕਰਾ ਲੈਣ। ਉਹ ਐਤਕੀ 5 ਸਾਲਾਂ ਬਾਅਦ ਆਈ ਨਹੀਂ ਗਈ, ਜਦੋਂ ਹੁਣ ਆਊਗੀ ਅਸੀਂ ਉਹਦੇ ਵਿੱਚ ਅਪਲਾਈ ਕੀਤਾ ਹੋਇਆ ਵਾ, ਉਹ ਪਾਲਿਸੀ ਨਵੀਂ ਦੇ ਮੁਤਾਬਕ ਲਾਟ ਹੋ ਜਾਊਗੀ। ਜੰਗਲਾਤ ਦੀ ਤਾਂ ਅੱਗੇ ਕਿ ਸਰ ਬ੍ਰਦਰ ਪੱਟੀ ਹੁੰਦੀ ਹੈ, ਨਾ ਕਿ ਪਿੱਛੇ ਤੱਕ ਜੰਗਲਾਤ ਹੁੰਦਾ। ਕਦੀ 5 ਸਾਲ ਦੇ ਬੱਚੇ ਨੂੰ ਵੀ ਪੁੱਛ ਲਓ ਵੀ ਪਿੱਛੇ ਜੰਗਲਾਤ ਨਹੀਂ ਹੈ, ਇਹ ਜ਼ਮੀਨ ਹੈਗੀ ਸਰਕਾਰ ਦੀ, ਸੈਂਟਰ ਗੌਰਮੈਂਟ ਦੀ। ਕਲੇਮ ਵੀ ਪੈ ਜਾਂਦਾ, ਇਹਦਾ ਕਲੇਮ ਪਾਉਣਾ ਹੋਵੇ। ਅਸੀਂ ਤਾਂ ਨਹੀਂ ਪਾਇਆ ਵੀ ਧਾਰਮਿਕ ਜਗ੍ਹਾ ਬਣੀ ਹੈ ਤਾਂ ਗੌਰਮੈਂਟ ਤਾਂ ਆਪ ਦੇ ਰਹੀ ਹੈ ਜ਼ਮੀਨਾਂ ਗਊਸ਼ਾਲਾ ਵਾਸਤੇ। ਮੈਂ ਨਾਲ ਗਊ ਸੇਵਾ ਕਮਿਸ਼ਨ ਦਾ ਮੈਂਬਰ ਵੀ ਹਾਂ। ਅਸੀਂ ਸਰਕਾਰ ਦੀਆਂ ਜ਼ਮੀਨਾਂ ਦੇ ਰਹੇ ਗਊਸ਼ਾਲਾ ਵਾਸਤੇ। ਪੰਜਾਬ ਦੇ ਵਿੱਚ 13 ਗਊਸ਼ਾਲਾ ਖੋਲ੍ਹ ਦਿੱਤੀਆਂ ਗਈਆਂ ਜਿਨ੍ਹਾਂ ਕਿ ਜ਼ਮੀਨ ਦਿੱਤੀ ਗਈ ਹੈ। ਇਹ ਗਊਸ਼ਾਲਾ ਨੂੰ ਹੋ ਗਏ ਤਕਰੀਬਨ 16-17 ਸਾਲ। ਜ਼ਮੀਨ ਜਿਹੜੇ ਬੰਦੇ ਨੇ ਦਿੱਤੀ 20 ਸਾਲ ਉਹਦੇ ਕੋਲ ਰਹੀ ਹੈ ਪਹਿਲੇ। ਤੁਹਾਡਾ ਨਿੱਜੀ ਸੰਬੰਧ? ਮੇਰਾ ਨਿੱਜੀ ਸੰਬੰਧ ਇਸ ਪ੍ਰਾਪਰਟੀ ਦਾ ਨਹੀਂ, ਕਿ ਉਹ 30 ਕਰੋੜ ਦੀ ਕਹਿ ਰਿਹਾ, ਇਹ ਚਾਹੇ 60 ਕਰੋੜ ਦੀ ਹੋਵੇ। ਮੈਂ ਕੋਈ ਉੱਥੇ ਕੋਈ ਕੰਮ ਕਰਨਾ ਜਾਂ ਕੁਝ ਕਰਨਾ, ਧਾਰਮਿਕ ਗਊ ਮਾਤਾ ਦੀ ਸੇਵਾ ਹੋ ਰਹੀ ਹੈ, ਮੈਂ ਸੇਵਾ ਕਰ ਰਿਹਾ ਵਾਂ। ਜੋ ਬਣਦਾ ਸਰਦਾ ਅਸੀਂ ਸੇਵਾ ਭੇਜਦੇ ਹਾਂ। ਮੈਂ ਹੋਰ ਗਊਸ਼ਾਲਾ ਦੇ ਵਿੱਚ ਵੀ ਚੇਅਰਮੈਨ ਹੈਗਾ, ਹੋਰ ਵੀ 4 ਗਊਸ਼ਾਲਾ 5 ਹੋਰ ਸੰਸਥਾਵਾਂ ਆ, ਉਹਨਾਂ ਦੇ ਵਿੱਚ ਮੈਂ ਜੋ ਅਹੁਦਿਆਂ 'ਤੇ ਹੈਗਾ। ਇਹਦੇ ਉੱਤੇ ਜਿਹੜਾ ਥੋੜ੍ਹਾ ਜਿਹਾ ਘਰ ਦੇ ਸਾਡੇ ਨੇੜੇ ਆ ਇੱਥੇ, ਅਸੀਂ ਤਾਂ ਕਰਕੇ ਸੇਵਾ ਜ਼ਿਆਦਾ ਹੋ ਜਾਂਦੀ ਹੈ। ਕੋਈ FIR ਦੀ ਗੱਲ ਨਹੀਂ, ਉਹੀ ਪਲਾਟ ਸੀਗਾ ਜਿਹਦੀ ਕੋਈ FIR ਦੇ ਨਾਂ, ਉਹਨੇ ਚੱਕੀ ਵਾਲਾ ਹੈਗਾ ਇੱਕ ਸਬਜ਼ੀ ਮੰਡੀ ਦੇ ਵਿੱਚ, ਉਹਨੇ ਕਿਹਾ ਮੈਨੂੰ ਸ਼ੱਕ ਹੈ। ਸ਼ੱਕ ਦੇ ਆਧਾਰ 'ਤੇ ਤਾਂ ਪ੍ਰਧਾਨ ਮੰਤਰੀ ਵੀ ਕਹਿ ਦਿੰਦਾ ਮੈਨੂੰ ਸ਼ੱਕ ਹੈ। ਮੈਂ FIR ਦੀ ਕਾਪੀ ਦਿਖਾ ਦੇਣਾ, ਉਹਦੇ 'ਚ ਸਿਰਫ 10 ਲਾਖ ਦੇ ਸ਼ੱਕ ਹੈ। ਉਹ ਤਾਂ ਕੰਪਰੋਮਾਈਜ਼ ਹੋ ਗਿਆ, ਦੂਜੇ ਦਿਨ ਹੀ ਕੰਮ ਖਤਮ ਹੋ ਗਿਆ। ਕਿਸੇ ਨੇ ਕਬਜ਼ਾ ਘਨੇਗਾ ਨੇ ਕੋਈ ਕਰ ਲਿਆ ਸੀ ਕਿਸੇ ਬਿਲਡਿੰਗ 'ਤੇ, ਉਹਦੇ 'ਚ ਮੇਰਾ ਸ਼ੱਕ ਲਿਖ ਦਿੱਤਾ ਸੀ ਕਿਉਂਕਿ ਪਹਿਲੇ ਕਿਰਾਏ 'ਤੇ ਸੀਗੀ।
ਉਹਦੇ 'ਚ ਮੇਰਾ ਕੋਈ ਨਿੱਜੀ ਲੈਣ ਦੇਣ ਨਹੀਂ, ਕਿਸੇ ਨਾਲ ਕੋਈ ਮਤਲਬ ਨਹੀਂ, ਕੋਈ ਮੇਰਾ ਕਿਸੇ ਨਾਲ ਫਰਾਡ ਨਹੀਂ, ਕਿਸੇ ਨਾਲ ਧੋਖਾ ਨਹੀਂ, ਕਿਸੇ ਨਾਲ ਕੋਈ। ਜੇ ਮੈਂ ਪ੍ਰਾਪਰਟੀ ਦਾ ਕੰਮ ਕਰਦਾ, ਮੇਰੀ ਕੰਮ ਤੋਂ ਉੱਤੇ ਉਹ ਕੀ ਕਹਿੰਦੇ ਜੈਲਸੀ ਕਰਕੇ ਇਹਨੂੰ ਪਤਾ ਨਹੀਂ ਤਕਲੀਫ ਹੋਊਗੀ ਕੋਈ ਜਾਂ ਕੀ ਹੋਊਗੀ, ਹੁੰਦੀ ਹੈ। ਇਕੱਲਾ ਮੇਰੇ ਨਾਲ ਤਾਂ ਨਹੀਂ ਹੋ ਰਹੀ, ਸਾਰੀ ਦੁਨੀਆ ਨਾਲ ਹੁੰਦੀ ਹੈ। ਦੂਜੀ ਵਾਰੀ ਉਹਨੇ ਕਾਨਫਰੰਸ ਤੁਹਾਡੇ ਖਿਲਾਫ ਕੀਤੀ, ਤੁਸੀਂ ਕੋਈ ਐਕਸ਼ਨ ਲਓਗੇ? ਮੈਂ ਨਹੀਂ ਐਕਸ਼ਨ ਲਿਆ, ਮੈਂ ਫੁੱਦੂ ਐਕਸ਼ਨ ਨਹੀਂ ਲਊਂਗਾ। ਜੇ ਲਊਂਗਾ ਤੇ ਸਬੂਤਾਂ ਦੇ ਆਧਾਰ ਤੇ ਲਊਂਗਾ, ਮੈਂ ਇਦਾਂ ਦੇ ਫੁੱਦੂ ਐਕਸ਼ਨ ਨਹੀਂ ਲੈਂਦਾ। ਸਰ ਇੱਕ ਵਾਰ-ਵਾਰ ਕਹਿ ਕਾਨਫਰੰਸ ਮੈਂ ਰੋਜ਼ ਕਾਨਫਰੰਸ ਕਰ ਸਕਦਾ, ਰੋਜ਼ ਕਾਨਫਰੰਸ ਕਰ ਸਕਦਾ। ਸਰ ਇੱਕ ਵਾਰ-ਵਾਰ ਅੜਦੇ ਇਲਜ਼ਾਮ ਲਾ ਰਿਹਾ ਵੈਦ ਪ੍ਰੋਪਰਟੀਆਂ ਬਹੁਤ ਬਣਾਈਆਂ, ਵੈਦ ਪ੍ਰੋਪਰਟੀਆਂ ਬਹੁਤ ਬਣਾਈਆਂ। ਸਰ ਜੇ ਕਿਸੇ ਤੋਂ ਪੈਸੇ ਲੈ ਕੇ ਰਜਿਸਟਰੀ ਕਰਾ ਲਈ ਤੇ ਉਹ ਨਜਾਇਜ਼ ਪ੍ਰਾਪਰਟੀ ਬਣੀ ਜਾਵੇ, ਉਹ ਚਾਹੇ ਮੈਂ ਆਪਣੇ ਨਾਂ ਦੇ ਲਈ ਚਾਹੇ ਘਰ ਦੇ ਨਾਂ ਦੇ ਲਈ, ਮੇਰਾ ਕੋਈ ਬੇਨਾਮੀ ਪ੍ਰਾਪਰਟੀ ਨਹੀਂ। ਮੇਰੇ ਕੋਲ ਇਨਕਮ ਟੈਕਸ ਨੇ ਸਾਰਾ ਮੇਰਾ ਚੈੱਕ ਕਰ ਲਿਆ ਵਾ, ਸਾਰਾ ਕੁਛ A to Z, ਇੱਕ ਕਾਗਜ਼, ਇੱਕ ਰੁਪਏ ਦਾ ਕਾਗਜ਼ ਦਾ ਉਹਨਾਂ ਨੇ ਹਿਸਾਬ ਲੈ ਲਿਆ ਮੇਰੇ ਤੋਂ। ਇਨਕਮ ਟੈਕਸ ਤਾਂ ਮੇਰੇ ਤੋਂ ਹਿਸਾਬ ਲਵੇ ਤਾਂ ਲਵੇ, ਨਜਾਇਜ਼ ਆ ਜਾਂ ਜਾਇਜ਼ ਆ ਜਾਂ ਜਾਲੀ ਹੈ, ਮੇਰੇ ਤੋਂ ਇਹ ਕੌਣ ਹੁੰਦਾ ਹਿਸਾਬ ਲੈਣ ਵਾਲਾ? ਉਹ ਇਨਕਮ ਟੈਕਸ ਨੇ ਮੇਰੇ ਤੋਂ ਹਿਸਾਬ ਲੈ ਲਿਆ ਪਾਈ ਦਾ, ਸਾਰਿਆਂ ਨੂੰ ਪਤਾ, ਉਹਨੇ ਸਾਰੇ ਡਾਕੂਮੈਂਟ ਚੱਕ ਲਏ। ਬਾਜੀ ਹੋ ਗਿਆ। ਕੱਲ देश विदेश और अपने शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल KPD न्यूज़, हक, सच और इंसाफ की आवाज़ आपको रखे सबसे आगे।